ਸਤਿ ਸ਼੍ਰੀ ਅਕਾਲ। ਪੰਜਾਬ ਟੂਡੇ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਚਰਨਜੀਤ ਸਿੰਘ ਚੰਨੀ। ਅੱਜ ਪੂਰੀ ਸੁਰਖੀਆਂ ਦੇ ਵਿੱਚ ਸ਼ਹਿਰੀ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਛਾਏ ਹੋਏ ਨੇ। ਹਾਲਾਂਕਿ ਨਵਜੋਤ ਸਿੰਘ ਸਿੱਧੂ ਅਕਸਰ ਹੀ ਚਰਚਾ ਦਾ ਵਿਸ਼ਾ ਬਣੇ ਰਹੇ ਨੇ, ਭਾਵੇਂ ਸੱਤਾ ਤੋਂ ਬਾਹਰ ਹੋਣ ਭਾਵੇਂ ਸੱਤਾ ਧਿਰ ਦੇ ਵਿੱਚ ਹੋਣ, ਪਰੰਤੂ ਹੁਣ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜੋ ਨਵੀਂ ਸਿਆਸੀ ਜੰਗ ਛਿੜ ਚੁੱਕੀ ਹੈ ਉਹ ਨਵਜੋਤ ਸਿੰਘ ਸਿੱਧੂ ਦੀ ਜੇਲ੍ਹ ਯਾਤਰਾ ਹੈ। ਹਰ ਸਿਆਸੀ ਲੀਡਰ ਨਵਜੋਤ ਸਿੰਘ ਸਿੱਧੂ ਤੇ ਤੰਜ ਕੱਸ ਰਿਹਾ। ਨਵਜੋਤ ਸਿੰਘ ਸਿੱਧੂ ਨੂੰ ਕਿਤੇ ਨਾ ਕਿਤੇ ਕਟਕਰੇ ਦੇ ਵਿੱਚ ਖੜਾਇਆ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਤਾਂ ਅੜੀਅਲ ਰਵੱਈਏ ਦੇ ਅੜੀਅਲ ਘੋੜੇ ਸਨ। ਹਾਲਾਂਕਿ ਨਵਜੋਤ ਸਿੰਘ ਸਿੱਧੂ ਵੀ ਆਪਣੇ ਆਪ ਨੂੰ ਹਮੇਸ਼ਾ ਚਰਚਾ ਦੇ ਵਿਸ਼ਿਆਂ ਦੇ ਵਿੱਚ ਕਹਿੰਦੇ ਆਏ ਨੇ ਕਿ ਇੱਕ ਖਾਸ ਘੋੜੇ ਦੇ ਖਾਸ ਨਸਲ ਦੇ ਘੋੜੇ ਨੇ। ਤੇ ਉਸੇ ਦੇ ਤਹਿਤ ਨਵਜੋਤ ਸਿੰਘ ਸਿੱਧੂ ਦਾ ਜੋ 34 ਸਾਲ ਪੁਰਾਣਾ ਕੇਸ ਸੀ ਉਹ ਖੁੱਲਿਆ। ਉਸ ਦੇ ਵਿੱਚ ਰਿਵਿਊ ਪਟੀਸ਼ਨ ਦਾਇਰ ਹੋਈ। ਰਿਵਿਊ ਪਟੀਸ਼ਨ ਦਾਇਰ ਦੇ ਵਿੱਚ ਸੁਪਰੀਮ ਕੋਰਟ ਨੂੰ ਆਪਣਾ ਫੈਸਲਾ ਬਦਲਣਾ ਪਿਆ। ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਬਰੀ ਕਰ ਦਿੱਤਾ ਸੀ, ਪਰੰਤੂ ਇੱਕ ਧਾਰਾ ਦੇ ਵਿੱਚ ਕੁਝ ਜੁਰਮਾਨਾ ਲਗਾ ਕੇ ਉਹਨਾਂ ਨੂੰ ਦੋਸ਼ੀ ਜ਼ਰੂਰ ਠਹਿਰਾਇਆ ਸੀ। ਪਰੰਤੂ ਇਸ ਪਟੀਸ਼ਨ ਨੂੰ ਲੈ ਕੇ ਦੁਬਾਰਾ ਰਿਵਿਊ ਪਟੀਸ਼ਨ ਹੁੰਦੀ ਹੈ। ਸੱਤਾ ਧਿਰ ਦੇ ਵਿੱਚ ਵੀ ਰਹਿੰਦੇ ਹੋਏ ਨਵਜੋਤ ਸਿੰਘ ਸਿੱਧੂ ਕਿਤੇ ਨਾ ਕਿਤੇ ਕਟਕਰੇ ਦੇ ਵਿੱਚ ਖੜੇ ਹੁੰਦੇ ਨੇ, ਪਰੰਤੂ ਹੁਣ ਤਾਂ ਸੁਪਰੀਮ ਕੋਰਟ ਵੱਲੋਂ 1 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਮੇਰੇ ਨਾਲ ਮੇਰੇ ਸਹਿਯੋਗੀ ਪੂਜਾ ਮੇਰੇ ਨਾਲ ਮੌਜੂਦ ਨੇ। ਪੂਜਾ, ਮੇਰਾ ਸਭ ਤੋਂ ਪਹਿਲਾਂ ਤੁਹਾਡਾ ਪੰਜਾਬ ਟੂਡੇ ਦੇ ਵਿੱਚ ਸਵਾਗਤ ਹੈ। ਥੈਂਕ ਯੂ ਸੋ ਮਚ ਜੀ ਪੂਜਾ ਜੀ, ਕਿਵੇਂ ਵੇਖਦੇ ਹੋ ਨਵਜੋਤ ਸਿੰਘ ਸਿੱਧੂ ਦੇ ਇਸ ਕੇਸ ਨੂੰ? ਕਿ ਨਵਜੋਤ ਸਿੰਘ ਸਿੱਧੂ ਦਾ ਦੇਖੋ 34 ਸਾਲਾ ਪੁਰਾਣਾ ਕੇਸ ਹੈ। ਬਹੁਤ ਇੱਕ ਦੇਖਿਆ ਜਾਵੇ 3 ਦਹਾਕੇ ਇਸ ਨੂੰ ਬੀਤ ਚੁੱਕੇ ਨੇ ਤੇ 3 ਦਹਾਕਿਆਂ ਬਾਅਦ ਨਵਜੋਤ ਸਿੰਘ ਸਿੱਧੂ ਉਦੋਂ ਫਸੇ ਜਦੋਂ ਕਿਸੇ ਵੀ ਸਿਆਸੀ ਘਾਕ ਤੋਂ ਦੂਰ ਹੋਏ। ਹਾਲਾਂਕਿ ਸੁਰਖੀਆਂ ਦੇ ਵਿੱਚ ਇਹ ਗੱਲਾਂ ਵੀ ਰਹੀਆਂ ਜਦੋਂ ਸੱਤਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਸੇ ਭਾਵੇਂ ਭਾਜਪਾ ਦੇ ਵਿੱਚ ਹੋਣ ਭਾਵੇਂ ਕਾਂਗਰਸ ਦੇ ਵਿੱਚ ਹੋਣ, ਵੱਡੇ ਵਿਰੋਧੀ ਵੱਡੇ ਸਿਆਸੀ ਮਾਹਿਰਾਂ ਵੱਲੋਂ ਹਾਲਾਂਕਿ ਕੈਮਰੇ ਤੋਂ ਪਿੱਛੇ ਹਟ ਕੇ ਇਹ ਗੱਲਾਂ ਕਹੀ ਗਈਆਂ ਕਿ ਕਿਤੇ ਨਾ ਕਿਤੇ ਰਾਜਨੀਤਿਕ ਮਾਹਿਰਾਂ ਦੇ ਚਰਚੇ ਇਹ ਗੱਲ ਬਿਆਨ ਕਰਦੇ ਨੇ ਕਿ ਨਵਜੋਤ ਸਿੰਘ ਸਿੱਧੂ ਸਿਆਸੀ ਘਾਕ ਲੀਡਰ ਹੋਣ ਕਰਕੇ ਸਿਆਸੀ ਪਾਰਟੀਆਂ ਦੀ ਨੁਮਾਇੰਦਗੀ ਕਰਨ ਦੇ ਕਾਰਨ ਬਚਦੇ ਰਹੇ ਨੇ। ਪਰੰਤੂ ਨਵਜੋਤ ਸਿੰਘ ਸਿੱਧੂ ਉਦੋਂ ਫਸ ਜਾਂਦੇ ਨੇ ਜਦੋਂ ਨਾ ਤਾਂ ਉਹ ਸੱਤਾ ਦੇ ਵਿੱਚ ਨੇ ਤੇ ਨਾ ਹੀ ਸੱਤਾ ਦੇ ਵਿੱਚ ਆਉਣ ਵਾਲੀ ਪਾਰਟੀ ਦੇ ਵਿੱਚ ਨੇ। ਕਿਵੇਂ ਵੇਖਦੇ ਹੋ ਉਸ ਨੂੰ? ਬਿਲਕੁਲ ਚਰਨਜੀਤ, ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਜਾਵੇ, ਇੱਕ ਅਜਿਹੇ ਲੀਡਰ ਜੋ ਸਿਰਫ ਨਾ ਪੰਜਾਬ ਦੇ ਵਿੱਚ ਬਲਕਿ ਦੇਸ਼ ਦੇ ਵਿੱਚ ਉਹਨਾਂ ਦਾ ਕਾਫੀ ਨਾਮ ਹੈ ਤੇ ਫਾਰਮਰ ਕ੍ਰਿਕਟਰ ਰਹਿ ਚੁੱਕੇ ਨੇ। ਇਸ ਤੋਂ ਇਲਾਵਾ ਅਨਾਉਂਸਰ ਰਹਿ ਚੁੱਕੇ ਨੇ, ਇੱਕ ਟੀਵੀ ਸ਼ੋਅ ਵੀ ਜੱਜ ਕਰ ਚੁੱਕੇ ਨੇ ਤੇ ਲਗਾਤਾਰ ਉਹਨਾਂ ਨੂੰ ਅਜਿਹਾ ਕੋਈ ਵਿਅਕਤੀ ਨਹੀਂ ਹੈ ਸ਼ਾਇਦ ਦੇਸ਼ ਦਾ ਜੋ ਉਹਨਾਂ ਨੂੰ ਨਾ ਜਾਣਦਾ ਹੋਵੇ। ਲੇਕਿਨ ਪੰਜਾਬ ਦੇ ਲਈ ਅੱਜ ਇੱਕ ਸਬਕ ਹੈ। ਕਾਨੂੰਨ ਦੇ ਵਿੱਚ ਦੇਖੋ ਹਰ ਕੋਈ ਬਰਾਬਰ ਹੈ, ਚਾਹੇ ਉਹ ਆਮ ਇਨਸਾਨ ਹੈ ਜਾਂ ਫਿਰ ਕੋਈ ਰਾਜਨੇਤਾ। ਹਰ ਕਿਸੇ ਨੂੰ ਜਿਹੜਾ ਹੈ ਕਾਨੂੰਨ ਦੇ ਅੱਗੇ ਜਿਹੜਾ ਵੀ ਫੈਸਲਾ ਕੋਰਟ ਦਾ ਹੁੰਦਾ ਉਹ ਮੰਨਣਾ ਪੈਂਦਾ ਹੈ। 34 ਸਾਲ ਪੁਰਾਣਾ ਕੇਸ ਤੁਸੀਂ ਕਿਹਾ, ਬਿਲਕੁਲ ਬਹੁਤ ਪੁਰਾਣਾ ਕੇਸ ਹੈ। ਇਸ ਕੇਸ ਦੇ ਵਿੱਚ ਪਹਿਲਾਂ ਹੀ ਉਹਨਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ 3 ਸਾਲ ਦੀ ਸਜ਼ਾ ਹੋਈ ਸੀ। ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਇਹ ਮੈਟਰ ਜਾਂਦਾ ਹੈ ਜਿੱਥੇ ਉਹਨਾਂ ਨੂੰ ਰਾਹਤ ਦਿੰਦੀ ਜਾਂਦੀ ਹੈ। ਉਸ ਤੋਂ ਬਾਅਦ ਦੁਬਾਰਾ ਤੋਂ ਇੱਕ ਰਿਵਿਊ ਪਟੀਸ਼ਨ ਪਾਈ ਜਾਂਦੀ ਹੈ ਜਿਸ ਤੇ ਸੁਪਰੀਮ ਕੋਰਟ ਕਹਿੰਦਾ ਹੈ ਕਿ ਨਹੀਂ, ਤੁਹਾਨੂੰ ਜੇਲ੍ਹ ਜਾਣਾ ਪਏਗਾ ਕਿਉਂਕਿ ਤੁਸੀਂ ਕ੍ਰਾਈਮ ਕੀਤਾ ਹੈ। ਪਟਿਆਲਾ ਦੇ ਵਿੱਚ ਪਾਰਕਿੰਗ ਲੋਟ ਦਾ ਇੱਕ ਝਗੜਾ ਉੱਥੇ ਹੋਇਆ ਸੀ ਜਿੱਥੇ ਇੱਕ ਬਜ਼ੁਰਗ ਦਾ ਜਿਹੜੀ ਹੈ ਉੱਥੇ ਮੌਤ ਹੋ ਗਈ ਸੀ। ਕਿਹਾ ਗਿਆ ਕਿ ਉਸ ਵਿੱਚ ਜਿਹੜਾ ਲੜਾਈ ਝਗੜਾ ਹੋਇਆ ਸੀ ਤਾਂ ਉਹਨਾਂ ਨੇ ਮੁੱਕੇ ਮਾਰੇ ਸੀ ਬਜ਼ੁਰਗ ਨੂੰ, ਜਿਸ ਕਰਕੇ ਉਹ ਉੱਥੇ ਹੀ ਮਰ ਗਏ ਸੀ। ਹੁਣ ਇਹ ਮੈਟਰ ਸੁਪਰੀਮ ਕੋਰਟ ਦੇ ਵਿੱਚ ਜੇ ਰਿਵਿਊ ਕਰਨ ਵਾਸਤੇ ਆਇਆ ਤੇ ਨਵਜੋਤ ਸਿੰਘ ਸਿੱਧੂ ਨੂੰ 1 ਸਾਲ ਦੀ ਸਜ਼ਾ ਸੁਣਾਈ ਗਈ। ਆਰਡਰ ਤੁਸੀਂ ਦੇਖੋਗੇ ਤਾਂ ਉਸ ਵਿੱਚ ਸੁਪਰੀਮ ਕੋਰਟ ਦੇ ਆਰਡਰ ਦੇ ਵਿੱਚ 35 ਤੋਂ 34 ਪੁਆਇੰਟਸ ਲਿਖੇ ਹੋਏ ਨੇ ਜਿਸ ਵਿੱਚ ਸਾਰਾ ਵਿਖਾਣ ਕੀਤਾ ਗਿਆ ਹੈ ਕਿ ਕੀ ਕੁਝ ਰਿਹਾ, ਕਿੰਨੀ ਕੀ ਸੁਣਵਾਈਆਂ ਹੋਈਆਂ ਤੇ ਇਨ ਸਾਰੀ ਸੁਣਵਾਈਆਂ ਤੋਂ ਬਾਅਦ ਹੀ ਇਹ ਸਜ਼ਾ ਸੁਣਾਈ ਗਈ। ਤੇ ਹੁਣ ਜੇਕਰ ਗੱਲ ਕੀਤੀ ਜਾਵੇ, ਅੱਜ ਉਹਨਾਂ ਨੇ ਹੁਣ ਤਾਂ ਉਹ ਪਟਿਆਲਾ ਜੇਲ੍ਹ ਪਹੁੰਚ ਚੁੱਕੇ ਨੇ, ਲੇਕਿਨ ਇਸ ਤੋਂ ਪਹਿਲਾਂ ਉਹਨਾਂ ਨੇ ਕਾਨੂੰਨੀ ਜਿਹੜੀ ਰਾਏ ਲਿੱਤੀ ਕਿ ਆਖਿਰ ਇਸ ਵਿੱਚ ਕੀ ਕੁਝ ਹੋ ਸਕਦਾ ਹੈ। ਕਿਹਾ ਜਿਹੜਾ ਕਾਨੂੰਨੀ ਰਾਏ ਪਹਿਲਾਂ ਵੀ ਜਿਹੜੇ ਐਡੀਸ਼ਨਲ ਸੋਲਿਸਿਟਰ ਜਨਰਲ ਆਫ ਇੰਡੀਆ ਸਤਿਆਪਾਲ ਜੈਨ ਉਹਨਾਂ ਨੇ ਕਿਹਾ ਕਿ ਇਸ ਵਿੱਚ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਰਸੀ ਨਹੀਂ ਮਿਲ ਸਕਦੀ। ਮਤਲਬ ਜੇਕਰ ਤੁਹਾਨੂੰ ਸੁਪਰੀਮ ਕੋਰਟ ਤੋਂ ਸਜ਼ਾ ਹੋ ਜਾਂਦੀ ਹੈ, ਬਹੁਤ ਜ਼ਿਆਦਾ ਕੋਈ ਵੱਡਾ ਕ੍ਰਾਈਮ ਤੁਸੀਂ ਕੀਤਾ ਹੋ ਜਾਂ ਬਹੁਤ ਵੱਡੀ ਤੁਹਾਨੂੰ ਜਿਹੜੀ ਸਜ਼ਾ ਮਿਲੀ ਹੋ, ਉਸ ਦੇ ਲਈ ਤੁਸੀਂ ਰਾਸ਼ਟਰਪਤੀ ਦੇ ਕੋਲ ਜਾ ਸਕਦੇ ਹੋ, ਚਾਹੇ ਉਹ ਮੌਤ ਦੀ ਸਜ਼ਾ ਹੋਵੇ ਤਦ ਹੀ ਤੁਸੀਂ ਜਾ ਸਕਦੇ ਹੋ। ਲੇਕਿਨ ਇਹ ਜਿਹੜੀ 1 ਸਾਲ ਦੀ ਸਜ਼ਾ ਹੈ ਇਸ ਵਿੱਚ ਕੋਈ ਅਜਿਹਾ ਕਾਨੂੰਨੀ ਤੌਰ ਤੇ ਉਹਨਾਂ ਦੇ ਕੋਲ ਵਿਕਲਪ ਹੀ ਨਹੀਂ ਰਿਹਾ ਸੀਗਾ। ਹਾਲਾਂਕਿ ਅੱਜ ਉਹਨਾਂ ਨੇ ਆਪਣੀ ਸਿਹਤ ਖਰਾਬ ਹੋਣ ਦਾ ਹਵਾਲਾ ਦਿੱਤਾ, ਸੁਪਰੀਮ ਕੋਰਟ ਪਹੁੰਚੇ, ਲੇਕਿਨ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ, ਤੁਹਾਨੂੰ ਜਿਹੜਾ ਹੈ ਜੇਲ੍ਹ ਜਾਣਾ ਪਵੇਗਾ। ਉਸ ਤੋਂ ਬਾਅਦ ਉਹ ਪਟਿਆਲਾ ਜਾਂਦੇ ਨੇ, ਕੋਰਟ ਦੇ ਵਿੱਚ ਆਪਣੇ ਆਪ ਨੂੰ ਸਰੈਂਡਰ ਕਰਦੇ ਨੇ ਤੇ ਹੁਣ ਉਹ ਪਹੁੰਚ ਚੁੱਕੇ ਨੇ। ਤੇ ਇਹ ਪੂਰਾ ਤੁਸੀਂ 2 ਦਿਨ ਦਾ ਵਾਕਿਆ ਦੇਖੋ ਚਰਨਜੀਤ ਕਿ ਨਵਜੋਤ ਸਿੰਘ ਸਿੱਧੂ ਦੇ ਘਰ ਕੌਣ ਆਇਆ ਜਿਹੜੇ ਉਹਨਾਂ ਦੇ ਖਾਸ ਸੀਗੇ, ਜਿਹੜੇ ਉਹਨਾਂ ਨੂੰ ਮੰਨਦੇ ਸੀ। ਅਸ਼ਵਨੀ ਸੇਖੜੀ ਹੋਵੇ ਜਾਂ ਫਿਰ ਨਾਜਰ ਸਿੰਘ ਮਾਨਸ਼ਾਹੀਆ ਹੋਵੇ, ਇਨਫੈਕਟ ਕਾਫੀ ਸਾਰੇ ਅਜਿਹੇ ਲੀਡਰਸ ਨੇ ਜਿਹੜੇ ਕਿ ਕਿਉਂਕਿ ਕਾਂਗਰਸ ਦੇ ਵਿੱਚ ਤੁਸੀਂ ਆਪ ਦੇਖਿਆ ਕਿ ਧੜੇ ਕਿੰਨੇ ਬਣੇ ਹੋਏ ਨੇ। ਅਮਰਿੰਦਰ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ, ਉਹ ਕਹਿੰਦੇ ਕਿ ਇਸ ਮਾੜੇ ਸਮੇਂ ਦੇ ਵਿੱਚ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ। ਲੇਕਿਨ ਕਈ ਅਜਿਹੇ
ਪੰਜਾਬ ਕਾਂਗਰਸ ਦੇ ਨੇਤਾ ਵੀ ਨੇ, ਚਾਹੇ ਉਹ ਸੁਖਜਿੰਦਰ ਰੰਧਾਵਾ ਹੋਵੇ ਜਾਂ ਫਿਰ ਰਾਣਾ ਗੁਰਜੀਤ ਸਿੰਘ ਹੋਵੇ, ਉਹਨਾਂ ਸਾਰਿਆਂ ਨੇ ਕਿਹਾ ਕਿ ਇਹਨਾਂ ਦੇ ਨਾਲ ਅਜਿਹਾ ਹੋਣਾ ਚਾਹੀਦਾ ਹੈ। ਕਿਉਂਕਿ ਉਹਨਾਂ ਨੇ ਕ੍ਰਾਈਮ ਕੀਤਾ। ਇਸ ਤੋਂ ਇਲਾਵਾ ਦੂਜੀ ਗੱਲ ਇਹ ਹੈ ਕਿ ਇੱਕ ਹੋਰ ਕਹੀ ਗਈ ਉਹਨਾਂ ਵੱਲੋਂ ਕਿ ਸਿੱਧੂ ਦੇ ਜਾਣ ਤੋਂ ਬਾਅਦ ਕਾਂਗਰਸ ਦੇ ਉੱਤੇ ਜਿਹੜਾ ਇੱਕ ਬੈਡ ਟਾਈਮ ਚੱਲ ਰਿਹਾ ਉਹ ਹੁਣ ਠੀਕ ਹੋ ਜਾਏਗਾ। ਤੇ ਇਸ ਚੀਜ਼ਾਂ ਨੂੰ ਕਾਫੀ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਹੈ। ਲੇਕਿਨ ਇੱਕ ਵੱਡੀ ਸ਼ਖਸੀਅਤ ਜਦ ਜੇਲ੍ਹ ਜਾਂਦੀ ਹੈ ਤੇ ਉਹ ਸੁਰਖੀਆਂ ਜ਼ਰੂਰ ਬਣਦੀ ਹੈ, ਤੇ ਅੱਜ ਪੂਰਾ ਦਿਨ ਸੁਰਖੀਆਂ ਬਣੀ ਰਹੀ ਨਵਜੋਤ ਸਿੰਘ ਸਿੱਧੂ ਦਾ ਜੇਲ੍ਹ ਜਾਣਾ। ਹਾਲਾਂਕਿ ਉਹ ਮੀਡੀਆ ਅੱਗੇ ਕੁਝ ਨਹੀਂ ਬੋਲੇ ਕੱਲ ਤੋਂ। ਉਹਨਾਂ ਨੇ ਸਿਰਫ ਇੱਕ ਟਵੀਟ ਕੀਤਾ ਕਿ ਮੈਂ ਜਿਹੜਾ ਵੀ ਮੇਰੇ ਲਈ ਕਾਨੂੰਨ ਦੀ ਸਜ਼ਾ ਦਿੱਤੀ ਗਈ ਹੈ ਮੈਂ ਉਸਦੀ ਪਾਲਣਾ ਕਰਾਂਗਾ, ਜੇਕਰ ਮੈਨੂੰ ਜੇਲ੍ਹ ਜਾਣਾ ਪਿਆ ਤੇ ਮੈਂ ਜਾਵਾਂਗਾ। ਤੇ ਇਹ ਸਾਰੀ ਚੀਜ਼ਾਂ ਜਿਹੜੀਆਂ ਅੱਜ ਅਸੀਂ ਦੇਖੀਆਂ, ਤੇ ਐਪੀਸੋਡ ਹੁਣ ਤੱਕ ਵੀ ਨਹੀਂ ਖਤਮ ਹੋਏਗਾ। ਤੁਸੀਂ ਦੇਖੋ ਕਿ ਮੀਡੀਆ ਵਾਲੇ ਪਟਿਆਲਾ ਜੇਲ੍ਹ ਤੋਂ ਬਾਹਰ ਹੁਣ ਉਹ ਦੱਸਣਗੇ ਕਿ ਅੱਜ ਉਹਨਾਂ ਦਾ ਕਿੱਦਾਂ ਦਾ ਸਮਾਂ ਬੀਤਿਆ, ਕਿਉਂਕਿ ਉਹਨਾਂ ਦੇ ਜਿਹੜੇ ਪੋਲੀਟੀਕਲ ਵਿਰੋਧੀ ਤੇ ਜਿਨ੍ਹਾਂ ਦੇ ਨਾਲ ਅਕਸਰ ਉਹਨਾਂ ਦਾ ਵਿਧਾਨ ਸਭਾ ਦੇ ਵਿੱਚ ਅਸੀਂ ਦੇਖਿਆ ਹੈ ਕਿ ਤੂੰ ਮੈਂ ਹੁੰਦੀ ਰਹਿੰਦੀ ਸੀ, ਬਿਕਰਮ ਸਿੰਘ ਮਜੀਠੀਆ, ਉਹ ਵੀ ਪਟਿਆਲਾ ਜੇਲ੍ਹ ਦੇ ਵਿੱਚ ਨੇ। ਤੇ ਕਿਉਂਕਿ ਵੀਆਈਪੀਜ਼ ਦੇ ਲਈ ਅਲੱਗ ਤੋਂ ਬੈਰਕਸ ਹੁੰਦੀ ਹੈ, ਤੇ ਦੇਖਣਾ ਹੋਵੇਗਾ ਕਿ ਅੰਦਰ ਉਹਨਾਂ ਦਾ ਕਿੱਦਾਂ ਦਾ ਤਾਲਮੇਲ ਰਹਿੰਦਾ। ਇਸ ਚੀਜ਼ ਦੇ ਵੀ ਕਾਫੀ ਮੀਮਸ ਤੇ ਹੋਰ ਕਾਫੀ ਚੀਜ਼ਾਂ ਅਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ। ਲੇਕਿਨ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਦਾ 1 ਸਾਲ ਦੇ ਲਈ, ਹਾਲਾਂਕਿ ਉਹ ਅੱਧਾ ਟ੍ਰਾਇਲ ਕੱਟ ਚੁੱਕੇ ਨੇ, ਉਹ ਜ਼ਮਾਨਤ ਤੇ ਬਾਹਰ ਸੀਗੇ, ਤੇ ਤੁਸੀਂ ਮੰਨ ਕੇ ਚਲੋ ਕਿ 8 ਤੇ 9 ਮਹੀਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ। ਤੇ ਇੱਕ ਹਾਲਾਂਕਿ ਉਹਨਾਂ ਦੇ ਇਲੈਕਸ਼ਨ ਲੜਨ ਤੇ ਕੋਈ ਪਾਬੰਦੀ ਨਹੀਂ, ਇਲੈਕਸ਼ਨ ਉਹ ਲੜ ਸਕਦੇ ਨੇ, ਲੇਕਿਨ ਇਸ ਬੀਚ ਇੱਕ ਵੱਡੇ ਕੱਦ ਦਾ ਨੇਤਾ ਜੇਲ੍ਹ ਜਾਂਦਾ ਹੈ ਤੇ ਉਹ ਸੁਰਖੀਆਂ ਜ਼ਰੂਰ ਬਟੋਰਦਾ ਹੈ। ਜੀ ਚਰਨਜੀਤ, ਦੇਖਣਾ ਹੋਵੇਗਾ। ਦੇਖੋ, ਕਾਂਗਰਸ ਵੱਲੋਂ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਦਿੱਤੀ ਗਈ ਹੈ, ਖਾਸ ਕਰਕੇ ਉਹਨਾਂ ਲੀਡਰਾਂ ਵੱਲੋਂ ਜਿਹੜੇ ਲੀਡਰ ਕਿਤੇ ਨਾ ਕਿਤੇ ਨਵਜੋਤ ਸਿੱਧੂ ਦੇ ਨਾਲ 36 ਦਾ ਅੰਕੜਾ ਰੱਖਦੇ ਸੀ, ਪਰੰਤੂ ਜੇਕਰ ਗੱਲ ਕੀਤੀ ਜਾਵੇ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਸਨ, ਹਰਦਿਆਲ ਕੰਬੋਜ ਹੋਵੇ, ਆਪਾਂ ਰਾਜਪੁਰਾ ਤੋਂ ਵਿਧਾਇਕ ਰਹੇ ਨੇ ਨਵਤੇਜ ਚੀਮਾ, ਜੋ ਰਾਣਾ ਗੁਰਜੀਤ ਸਿੰਘ ਦੇ ਬੇਟੇ ਵੱਲੋਂ ਹਰਾਏ ਗਏ ਨੇ, ਤੇ ਉੱਥੇ ਹੀ ਅਸ਼ਮਨੀ ਸ਼ੇਖੜੀ ਤੇ ਹੋਰ ਵੀ ਕਦਾਵਰ ਨੇਤਾ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਪਿਰਮਲ ਖਾਲਸਾ, ਨਾਜਰ ਸਿੰਘ ਮਾਨਸਾਈਆ ਤੇ ਹੋਰ ਵੀ ਕਾਫੀ ਜਿਹੜੇ ਵੱਡੇ ਚਿਹਰੇ ਸਨ, ਉਹ ਨਵਜੋਤ ਸਿੰਘ ਸਿੱਧੂ ਨੂੰ ਅੱਜ ਮਿਲਣ ਜ਼ਰੂਰ ਆਏ। ਹਾਲਾਂਕਿ ਨਵਜੋਤ ਸਿੰਘ ਸਿੱਧੂ ਦੇ ਜੋ ਮੀਡੀਆ ਸਲਾਹਕਾਰ ਨੇ ਸੁਰਿੰਦਰ ਡੱਲਾ, ਉਹਨਾਂ ਵੱਲੋਂ ਵੀ ਕਿਤੇ ਨਾ ਕਿਤੇ ਆਪਣੀ ਤੌਰ ਤੇ ਇੱਕ ਗੱਲ ਰੱਖੀ ਗਈ, ਤੇ ਉਹਨਾਂ ਵੱਲੋਂ ਵੀ ਇਹ ਗੱਲ ਰੱਖੀ ਗਈ ਸੀ ਜਦੋਂ ਸਵੇਰੇ ਮੀਡੀਆ ਕਰਮੀਆਂ ਦੇ ਨਾਲ ਉਹਨਾਂ ਦੀ ਗੱਲਬਾਤ ਹੋ ਰਹੀ ਸੀ, ਤਾਂ ਉਹਨਾਂ ਕਹਿੰਦਾ ਸੀ ਕਿ ਅਸੀਂ ਕੋਰਟ ਜਾਵਾਂਗੇ ਕਿ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਸਿਹਤ ਹੈ ਉਸ ਦਾ ਵੀ ਹਵਾਲਾ ਦਿੱਤਾ ਗਿਆ। ਪਰੰਤੂ ਸਵਾਲ ਇਹ ਵੀ ਖੜਾ ਹੁੰਦਾ ਸੀ, ਸਵੇਰੇ ਹੀ ਮੀਡੀਆ ਦੇ ਵਿੱਚ ਇਹ ਗੱਲ ਕਲੀਅਰ ਹੋ ਗਈ ਸੀ ਕਿ ਬੀਤੇ ਦਿਨ ਤਾਂ ਨਵਜੋਤ ਸਿੰਘ ਸਿੱਧੂ ਹਾਥੀ ਤੇ ਚੜੇ ਫਿਰਦੇ ਸੀ, ਤੇ ਅੱਜ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਮੇਰੀ ਸਿਹਤ ਖਰਾਬ ਹੈ। ਆਖਰ ਇਹਦਾ ਮਸਲਾ ਕੀ ਹੈ, ਉਸ ਦਾ ਵੀ ਜੇਕਰ ਗੱਲ ਕੀਤੀ ਸੁਰਿੰਦਰ ਡੱਲਾ ਜੀ ਵੱਲੋਂ ਜਵਾਬ ਨਹੀਂ ਦਿੱਤਾ ਗਿਆ, ਉਹਨਾਂ ਦੇ ਵੱਲੋਂ ਵੀ ਟਾਲ ਮਟੋਲਾ ਕਰ ਦਿੱਤਾ ਗਿਆ। ਹਾਲਾਂਕਿ ਨਵਜੋਤ ਸਿੰਘ ਸਿੱਧੂ ਵੱਡੇ ਸਿਆਸੀ ਘਾਕ ਲੀਡਰ ਨੇ। ਹੁਣ ਜਿਸ ਤਰ੍ਹਾਂ ਦੀ ਕਾਂਗਰਸ ਦੇ ਵਿੱਚ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ, ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਕਾਂਗਰਸ ਦੇ ਜੋ ਮੌਜੂਦਾ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕੋਈ ਇਦਾਂ ਦੀ ਪ੍ਰਤੀਕਿਰਿਆ ਅਜੇ ਤੌਰ ਤੇ ਨਹੀਂ ਦਿੱਤੀ ਗਈ ਜਿਸ ਤਰ੍ਹਾਂ ਦੀ ਨਵਜੋਤ ਸਿੰਘ ਸਿੱਧੂ ਦੇ ਨਾਲ ਉਹਨਾਂ ਦਾ 36 ਦਾ ਅੰਕੜਾ ਦਿਖਾਈ ਦੇ ਰਿਹਾ ਸੀ। ਹਾਲਾਂਕਿ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜੇ ਲੀਡਰ ਨਵਜੋਤ ਸਿੰਘ ਸਿੱਧੂ ਦੇ ਨਾਲ ਚੱਲਦੇ ਸੀ, ਨਵਜੋਤ ਸਿੰਘ ਸਿੱਧੂ ਦੇ ਸੱਤਾ ਤੋਂ ਬਾਹਰ ਹੋ ਚੁੱਕੇ ਨੇ 1 ਸਾਲ ਦੇ ਨੇ ਇੱਕ ਤਰੀਕੇ ਦੇ ਲਈ, ਕਿਉਂਕਿ ਸੱਤਾ ਦੇ ਵਿੱਚ ਬੰਦਾ ਉਦੋਂ ਤੱਕ ਹੀ ਐਕਟਿਵ ਰਹਿੰਦਾ ਜਦੋਂ ਤੱਕ ਉਹ ਲੋਕਾਂ ਦੇ ਵਿੱਚ ਵਿਚਰਦਾ ਹੋਵੇ, ਆਪਣੀ ਪੋਲਿਟਿਕਸ ਨੂੰ ਲੋਕਾਂ ਤੱਕ ਪਹੁੰਚਾਉਂਦਾ ਹੋਵੇ ਜਾਂ ਲੀਡਰਾਂ ਤੱਕ ਪਹੁੰਚਾਉਂਦਾ ਹੋਵੇ। ਹੁਣ ਨਵਜੋਤ ਸਿੰਘ ਸਿੱਧੂ ਕਿਤੇ ਨਾ ਕਿਤੇ ਸੱਤਾ ਤੋਂ ਬਾਹਰ ਨੇ ਜਦੋਂ ਤੱਕ ਉਹ ਅੰਦਰ ਰਹਿਣਗੇ। ਹਾਲਾਂਕਿ 1 ਸਾਲ ਦੀ ਸਜ਼ਾ ਹੈ, 1 ਸਾਲ ਦੀ ਸਜ਼ਾ 6 ਮਹੀਨੇ ਦੇ ਵਿੱਚ ਕਨਵਰਟ ਹੋਵੇਗੀ, ਕਿਉਂਕਿ 6 ਮਹੀਨੇ ਦਾ ਦੌਰ ਹੁੰਦਾ, ਦਿਨ ਰਾਤ ਨੂੰ ਮਿਲਾ ਕੇ ਸਜ਼ਾ ਕੱਟੀ ਜਾਂਦੀ ਹੈ। ਤੇ ਦੂਜੀ ਵੱਡੀ ਗੱਲ ਇਹ ਵੀ ਹੈ ਕਿ ਜਿਨ੍ਹਾਂ ਦੇ ਨਾਲ ਉਹਨਾਂ ਨੇ ਇਲੈਕਸ਼ਨ ਲੜੀ ਸੀ, ਬਿਕਰਮ ਮਜੀਠੀਆ, ਉਹ ਵੀ ਉਸੇ ਜੇਲ੍ਹ ਦੇ ਵਿੱਚ ਬੰਦ ਨੇ। ਤੇ ਤੀਜੀ ਗੱਲ ਸਭ ਤੋਂ ਵੱਡੀ ਇਹ ਹੈ ਕਿ ਮਾਨ ਸਰਕਾਰ ਵੱਲੋਂ ਇਹ ਫੈਸਲਾ ਕਰ ਦਿੱਤਾ ਗਿਆ ਤਕਰੀਬਨ ਕਿ ਜੇਲ੍ਹਾਂ ਦੇ ਵਿੱਚ ਵੀਆਈਪੀ ਕਲਚਰ ਨਹੀਂ ਹੋਵੇਗਾ। ਹੁਣ ਕਿਹੜਾ ਕੰਮ ਮਿਲਦਾ ਹੈ ਨਵਜੋਤ ਸਿੰਘ ਸਿੱਧੂ ਨੂੰ? ਮਾਲੀ ਦਾ ਕੰਮ ਮਿਲਦਾ ਹੈ, ਨਵਜੋਤ ਸਿੰਘ ਸਿੱਧੂ ਨੂੰ ਰੋੜੀ ਕੁੱਟਣ ਦਾ ਕੰਮ ਮਿਲਦਾ ਹੈ। ਇਹ ਵੀ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਮੀਡੀਆ ਦੇ ਵਿੱਚ ਕਾਫੀ ਹਿਲਜੁਲ ਪੈਦਾ ਕਰੇਗਾ। ਪਰੰਤੂ ਸਵਾਲ ਮੈਂ ਇਹ ਪੁੱਛਣਾ ਚਾਹੁੰਦਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਜਾਣ ਤੋਂ ਬਾਅਦ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਨਾਲ ਕੰਧੇ ਦੇ ਨਾਲ ਕੰਧਾ ਮਿਲਾ ਕੇ ਲੀਡਰ ਚੱਲਦੇ ਸਨ, ਉਹਨਾਂ ਦਾ ਅਸਲੀ ਭਵਿੱਖ ਕੀ ਹੈ? ਕਿ ਉਹਨਾਂ ਨੂੰ ਵਾਪਸੀ ਉਹਨਾਂ ਦੇ ਨਾਲ ਹੀ ਕਰਨੀ ਪਵੇਗੀ ਜੋ ਜਿਨ੍ਹਾਂ ਦੇ ਵਿੱਚ 36 ਦਾ ਅੰਕੜਾ ਰਿਹਾ। ਬਿਲਕੁਲ ਚਰਨਜੀਤ, ਮੈਂ ਇੱਕ ਕਹਾਵਤ ਕਵਾਂਗੀ ਹਿੰਦੀ ਦੇ ਵਿੱਚ ਕਿ ਚੜ੍ਹਦੇ ਸੂਰਜ ਨੂੰ ਸਲਾਮ ਹੁੰਦਾ ਹੈ। ਅੱਜ ਉਹਨਾਂ ਦੇ ਘਰ ਜਿਹੜੇ ਨੇਤਾ ਆਏ ਨੇ ਜਾਂ ਜਿਹੜੇ ਵੀ ਲੋਕੀ ਉਹਨਾਂ ਨੂੰ ਮਿਲਣ ਆਏ ਨੇ ਪੋਲੀਟਿਕਲੀ, ਹਾਲਾਂਕਿ ਉਹਨਾਂ ਦੇ ਪਰਿਵਾਰ ਤੇ ਰਿਸ਼ਤੇਦਾਰ ਦੇ ਹੋਰ ਲੋਕ ਵੀ ਸੀਗੇ, ਲੇਕਿਨ ਜਿਹੜੇ ਉਹਨਾਂ ਦੇ ਪੋਲੀਟੀਕਲ ਲੋਕ ਉੱਥੇ ਪਹੁੰਚੇ ਨੇ, ਉਹਨਾਂ ਦੀ ਜੇਕਰ ਗੱਲ ਕੀਤੀ ਜਾਵੇ ਤੇ ਉਹ ਕੋਈ ਇੰਨੇ ਵੱਡੇ ਤੌਰ ਤੇ ਸਾਹਮਣੇ ਨਹੀਂ ਆਉਂਦੇ। ਯਾਨੀ ਕਿ ਇਹ ਨਹੀਂ ਕਹਿ ਸਕਦੇ ਕਿ ਉਹ ਲੀਡਰ ਨੇ, ਉਹ ਉਹਨਾਂ ਦਾ ਸਾਥ ਹਮੇਸ਼ਾ ਦਿੰਦੇ ਆਏ ਨੇ। ਇਹ ਕਿਸੇ ਤੋਂ ਛੁਪਿਆ ਨਹੀਂ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਸਾਰਿਆਂ ਦੇ ਵੱਖ-ਵੱਖ ਧੜੇ ਬਣੇ ਹੋਏ ਹੈ। ਇੱਕ ਧੜਾ ਨਵਜੋਤ ਸਿੰਘ ਸਿੱਧੂ ਦਾ ਹੈ, ਇੱਕ ਸੁਖਜਿੰਦਰ ਰੰਧਾਵਾ ਦਾ ਹੈ, ਤੇ ਇੱਕ ਜਿਹੜਾ ਹੈ ਉਹ ਹੈ ਪ੍ਰਤਾਪ ਸਿੰਘ ਬਾਜਵਾ ਦਾ।
ਜਿਸ ਵਿੱਚ ਅਮਰਿੰਦਰ ਰਾਜਾ ਵੜਿੰਗ ਤੇ ਹੋਰ ਸਾਰੇ ਨੇ। ਤੇ ਇਹਨਾਂ ਸਾਰਿਆਂ ਦੇ ਵਿੱਚ ਜਿਹੜੀ ਫੂਟ ਹੈ ਉਹ ਬਿਲਕੁਲ ਵੀ ਘਟੀ ਨਹੀਂ ਹੈ। ਇਲੈਕਸ਼ਨਸ ਤੋਂ ਬਾਅਦ ਜਦ ਇਹ ਆਰੋਪ ਲੱਗੇ ਕਿ ਆਖਿਰ ਹਾਰ ਦੇ ਲਈ ਕੌਣ ਜ਼ਿੰਮੇਦਾਰ ਹੈ, ਤੇ ਇੱਕ ਦੂਜੇ ਨੂੰ ਸਾਰੇ ਜਿਹੜੇ ਦੱਸਦੇ ਆਏ ਕਿ ਇਹ ਜ਼ਿੰਮੇਦਾਰ ਹੈ, ਇਹ ਜ਼ਿੰਮੇਦਾਰ ਹੈ, ਤੇ ਇਨ ਸਾਰੀ ਚੀਜ਼ਾਂ ਦਾ ਅਸਰ ਇੱਥੇ ਦੇਖਣ ਨੂੰ ਵੀ ਮਿਲਿਆ ਹੈ। ਦੂਜੀ ਗੱਲ ਰਹੀ ਗੱਲ ਜਿਹੜੇ ਉਹਨਾਂ ਦੇ ਨਾਲ ਹੈ ਉਹਨਾਂ ਦੇ ਭਵਿੱਖ ਦੀ, ਦੇਖੋ ਜਦ ਕੋਈ ਜੇਲ੍ਹ ਜਾਂਦਾ ਹੈ ਜਾਂ ਫਿਰ ਜਿਸ ਨੂੰ ਸਜ਼ਾ ਆਉਂਦੀ ਹੈ, ਚਾਹੇ ਉਹ ਕੋਈ ਵੀ ਲੀਡਰ ਹੋਵੇ, ਬਾਹਰ ਆ ਕੇ ਉਹ ਬਹੁਤ ਹੀ ਜ਼ਿਆਦਾ ਨੋਰਮਲ ਜ਼ਿੰਦਗੀ ਉਸ ਤੋਂ ਬਾਅਦ ਬਿਤਾਉਂਦਾ ਹੈ। ਅਸੀਂ ਇਸ ਤੋਂ ਪਹਿਲਾਂ ਵੀ ਦੇਖਿਆ, ਸੁਖਪਾਲ ਸਿੰਘ ਖਹਿਰਾ ਚੋਣਾਂ ਤੋਂ ਪਹਿਲਾਂ 2-3 ਮਹੀਨੇ ਜਿਹੜਾ ਹੈ ਉਹ ਜੇਲ੍ਹ ਵਿੱਚ ਸੀਗੇ, ਲੇਕਿਨ ਬਾਹਰ ਆਏ ਤਾਂ ਉਹਨਾਂ ਨੇ ਚੋਣਾਂ ਵੀ ਲੜੀਆਂ ਤੇ ਲੋਕਾਂ ਨੇ ਉਹਨਾਂ ਨੂੰ ਜਿਹੜਾ ਹੈ ਪਿਆਰ ਵੀ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਵੱਡੀ ਜਿੱਤ ਦੇ ਨਾਲ ਜਿਤਾਇਆ ਵੀ ਉੱਥੋਂ। ਤੇ ਅਜਿਹੇ ਕੋਈ ਉਹ ਪਹਿਲੇ ਲੀਡਰ ਨਹੀਂ ਹੈ ਜਿਹੜੇ ਕਿ ਜੇਲ੍ਹ ਜਾਵਾਂਗੇ, ਲੇਕਿਨ ਹਾਂ ਉਹਨਾਂ ਉੱਤੇ ਕੋਈ ਕ੍ਰਿਮੀਨਲ ਕੇਸ, ਇਹ ਸਿਰਫ ਇੱਕ ਕ੍ਰਿਮੀਨਲ ਕੇਸ ਹੈ, ਕੋਈ ਕਰਪਸ਼ਨ ਦਾ ਕੇਸ ਨਹੀਂ ਹੈ। ਬਾਰ-ਬਾਰ ਜਿਹੜੇ ਧਰਮਵੀਰ ਗਾਂਧੀ ਇਹ ਕਹਿੰਦੇ ਆਏ ਕਿ ਉਹਨਾਂ ਉੱਤੇ ਜਿਹੜੇ ਕੇਸ ਹੈ ਉਹ ਕੋਈ ਕਰਪਸ਼ਨ ਦੇ ਕੇਸ ਨਹੀਂ ਹੈ ਜਾਂ ਕੋਈ ਧੋਖਾਧੜੀ ਦਾ ਕੇਸ ਨਹੀਂ, ਉਹ ਇੱਕ ਕ੍ਰਿਮੀਨਲ ਕੇਸ ਹੈ। ਤੇ ਇਸ ਦੇ ਲਈ ਜੇਕਰ ਉਹਨਾਂ ਨੂੰ ਸਜ਼ਾ ਮਿਲੀ ਹੈ ਤਾਂ ਜ਼ਰੂਰ ਉਸਨੂੰ ਉਹ ਸਜ਼ਾ ਕੱਟ ਕੇ ਆਣਗੇ। ਲੇਕਿਨ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਬਹੁਤ ਵੱਡਾ ਨਾਮ ਹੈ, ਕਿਉਂਕਿ ਇਲੈਕਸ਼ਨਸ ਦੇ ਵਿੱਚ ਇੱਕ ਟਾਈਮ ਤੇ ਤੁਹਾਨੂੰ ਯਾਦ ਹੋਵੇਗਾ ਕਿ ਉਹ ਸੀਐਮ ਬਣ ਸਕਦੇ ਸੀ, ਲੇਕਿਨ ਨਵਜੋਤ ਸਿੰਘ ਸਿੱਧੂ ਦੇ ਵਿੱਚ ਕੁਝ ਕੁਆਲਿਟੀ ਅਜਿਹੇ ਨੇ ਕਿ ਉਹ ਲੀਡ ਤਾਂ ਕਰ ਸਕਦੇ ਹਨ, ਲੇਕਿਨ ਆਪਣੀ ਜਿਹੜੀ ਬੋਲਬਾਨੀ ਹੈ ਉਸ ਕਰਕੇ ਲਗਾਤਾਰ ਉਹਨਾਂ ਨੂੰ ਵਿਰੋਧੀਆਂ ਨੇ ਤਾਂ ਘੇਰਿਆ ਹੀ, ਲੇਕਿਨ ਆਪਣੀ ਸਰਕਾਰ ਦੇ ਖਿਲਾਫ ਜਦ ਉਹਨਾਂ ਨੇ ਬੋਲਣਾ ਸ਼ੁਰੂ ਹੋਏ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਵੇ, ਸੁਖਜਿੰਦਰ ਰੰਧਾਵਾ ਹੋਵੇ, ਚਰਨਜੀਤ ਸਿੰਘ ਚੰਨੀ ਹੋਵੇ ਜਾਂ ਫਿਰ ਸੁਨੀਲ ਜਾਖੜ ਹੋਵੇ, ਸਾਰਿਆਂ ਦੇ ਲਈ ਉਹਨਾਂ ਨੇ ਕੁਛ ਨਾ ਕੁਛ ਕਿਹਾ ਹੈ। ਤੇ ਉਸ ਤੋਂ ਬਾਅਦ ਇੱਕ ਪਾਰਟੀ ਦੇ ਵਿੱਚ ਪਾਰਟੀਸ਼ਨ ਅਸੀਂ ਦੇਖਿਆ, ਚਾਹੇ ਇਹਨਾਂ ਦਾ ਜਦ ਪ੍ਰੋਟੈਸਟ ਜਾਂ ਕੋਈ ਵੀ ਇੱਕ ਗਵਰਨਰ ਨੂੰ ਮਿਲਣ ਜਾਣਾ, ਤੁਸੀਂ ਦੇਖੋਗੇ ਤਾਂ ਸਾਰੇ ਅੱਡ-ਅੱਡ ਆਪਣੇ ਜਿਹੜੇ ਹੈ ਵਕਫ ਲੈ ਕੇ ਜਾਂਦੇ ਨੇ। ਆਖਿਰ ਕਿਉਂ ਪੰਜਾਬ ਕਾਂਗਰਸ ਇੱਕ ਸਾਥ ਨਹੀਂ ਹੋ ਪਾਉਂਦੀ? ਤੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਗ੍ਰਾਫ ਨੂੰ ਕਾਫੀ ਜ਼ਿਆਦਾ ਗਿਰਾ ਦਿੱਤਾ ਹੈ। ਹਾਲਾਂਕਿ ਲੋਕ ਉਹਨਾਂ ਨੂੰ ਕਾਫੀ ਪਿਆਰ ਕਰਦੇ ਸੀ, ਕਿਉਂਕਿ ਉਹ ਬੇਦਾਗ ਚਿਹਰੇ ਨੇ, ਕੋਈ ਅਜਿਹਾ ਕਰਪਸ਼ਨ ਦਾ ਜਾਂ ਕਿਸੇ ਚੀਜ਼ ਦਾ ਉਹਨਾਂ ਉੱਤੇ ਐਲੀਗੇਸ਼ਨਸ ਕਦੇ ਨਹੀਂ ਲੱਗੇ। ਯੂਥ ਨੂੰ ਨਾਲ ਲੈ ਕੇ ਗੱਲ ਕਰਦੇ ਸੀ ਕਿ ਯੂਥ ਨੇ ਨਾਲ ਲੈ ਕੇ ਚੱਲਾਂਗਾ। ਤੇ ਸੋਸ਼ਲ ਮੀਡੀਆ ਦੇ ਵਿੱਚ ਜਾਂ ਫਿਰ ਹੋਰ ਥਾਵਾਂ ਦੇ ਵਿੱਚ ਜਦ ਵੀ ਲੋਕਾਂ ਦੇ ਕੋਲੋਂ ਜਾਂਦੇ ਸੀ ਤੇ ਲੋਕੀ ਉਹਨਾਂ ਨੂੰ ਸੁਣਨ ਦੇ ਲਈ ਆਉਂਦੇ ਸੀ, ਕਿਉਂਕਿ ਲੋਕਾਂ ਵਿੱਚ ਕ੍ਰੇਜ਼ ਹੁੰਦਾ ਸੀ ਕਿ ਨਵਜੋਤ ਸਿੰਘ ਸਿੱਧੂ ਦਾ ਇੱਕ ਬੋਲਣੇ ਦਾ ਜਿਹੜਾ ਤਰੀਕਾ ਹੈ ਜਾਂ ਜਿੱਦਾਂ ਉਹ ਮੈਨੂਪੂਲੇਟ ਕਰਦੇ ਆ, ਜਿੱਦਾਂ ਉਹ ਭਾਸ਼ਣ ਦਿੰਦੇ, ਉਹ ਲੋਕਾਂ ਨੂੰ ਕਾਫੀ ਪਸੰਦ ਆਉਂਦਾ ਸੀ। ਲੇਕਿਨ ਧੀਰੇ ਧੀਰੇ ਜਿਹੜਾ ਹੈ ਉਹਨਾਂ ਦਾ ਗ੍ਰਾਫ ਡਿੱਗਦਾ ਗਿਆ, ਤੇ ਗ੍ਰਾਫ ਡਿੱਗ ਗਿਆ ਤੇ ਉਸ ਤੋਂ ਬਾਅਦ ਜਿੱਥੇ ਉੱਥੇ ਲੋਕਾਂ ਨੇ ਵੀ ਉਹਨੂੰ ਨਕਾਰ ਦਿੱਤਾ। ਆਮ ਆਦਮੀ ਪਾਰਟੀ ਦੇ ਉੱਥੋਂ ਜੀਵਨਜੋਤ ਕੌਰ ਜਿੱਤੇ ਨੇ। ਲੇਕਿਨ ਇਹਨਾਂ ਸਾਰੀ ਚੀਜ਼ਾਂ ਦੇ ਵਿੱਚ ਇੱਕ ਰਾਜਨੀਤਿਕ ਭਵਿੱਖ ਉਹਨਾਂ ਦਾ ਕੀ ਹੋਏਗਾ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ, ਚਾਹੇ ਉਹਨਾਂ ਦੇ ਨਾਲ ਵਾਲਿਆਂ ਦਾ ਹੋਵੇ ਜਾਂ ਇਹਨਾਂ ਦਾ ਹੋਵੇ। ਲੇਕਿਨ ਜਿਹੜਾ ਇਹ ਪੂਰਾ ਵਾਕਿਆ ਹੈ ਇਹ ਪੰਜਾਬ ਦੀ ਰਾਜਨੀਤੀ ਨੂੰ ਬਦਲੇਗਾ ਜ਼ਰੂਰ, ਕਿਉਂਕਿ ਅੰਦਰ ਜਾ ਕੇ ਵੀ ਜਿਵੇਂ ਤੁਸੀਂ ਵੀ ਦੱਸਿਆ ਕਿ ਉਹਨਾਂ ਨੂੰ ਵਿਕਰਮ ਮਜੀਠੀਆ ਉੱਥੇ ਮਿਲਣਗੇ ਤੇ ਹੋਰ ਵੀ VIP ਬੈਰਕਸ ਨੇ। ਤੇ ਦੂਜੀ ਗੱਲ, ਹਾਲਾਂਕਿ VIP ਬੈਰਕਸ ਹਟਾਉਣ ਦੀ ਗੱਲ ਕੀਤੀ ਹੈ, ਲੇਕਿਨ ਉਹਨਾਂ ਦੇ ਲਈ ਫਿਲਹਾਲ ਕੋਈ ਨੋਟੀਫਿਕੇਸ਼ਨ ਨਹੀਂ ਹੋਈ ਤੇ ਆਮ ਕੈਦੀ ਵਾਂਗ ਉਹਨਾਂ ਨੂੰ ਉੱਥੇ ਰਹਿਣਾ ਪੜੇਗਾ ਤੇ ਜੇਲ੍ਹ ਮੈਨੂਅਲ ਜਿਹੜਾ ਹੈ ਉਹ ਫੋਲੋ ਕਰਨਾ ਪਵੇਗਾ। ਜੀ ਚਰਨਜੀਤ ਜੀ, ਪੂਜਾ ਜੀ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਤੇ ਅੱਜ ਵੇਖਣਾ ਹੋਵੇਗਾ ਨਵਜੋਤ ਸਿੰਘ ਸਿੱਧੂ ਦਾ ਪਹਿਲਾ ਦਿਨ ਜੇਲ੍ਹ ਦੇ ਵਿੱਚ ਕਿਵੇਂ ਗੁਜ਼ਰਦਾ, ਕਿਉਂਕਿ ਨਵਜੋਤ ਸਿੰਘ ਸਿੱਧੂ ਉਹ ਸ਼ਖਸੀਅਤ ਨੇ ਜਿਹੜੇ ਗਦਗਦੇਲਿਆਂ ਤੇ ਸੌਣ ਵਾਲੇ ਨੇ, ਤੇ ਅੱਜ ਇੱਕ ਨਾਰਮਲ ਬੈਰਕ ਦੇ ਵਿੱਚ ਰਹਿਣਗੇ। ਏਸੀਆਂ ਦੇ ਵਿੱਚ ਸੌਣ ਵਾਲਿਆਂ ਨੂੰ ਅੱਜ ਪੱਖੇ ਨਸੀਬ ਹੁੰਦੇ ਨੇ, ਇਹ ਤਾਂ ਰਾਤ ਦੀ ਕਰਪਟਾਂ ਹੀ ਦੱਸਣਗੀਆਂ। ਹਾਲਾਂਕਿ ਨਵਜੋਤ ਸਿੰਘ ਸਿੱਧੂ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਜ਼ਰੂਰ ਹੋਣਗੇ, ਕਿਉਂਕਿ ਇੱਕ ਸਿਆਸੀ ਘਾਗ ਦੇ ਲੀਡਰ ਨੂੰ ਜਿਸ ਤਰ੍ਹਾਂ ਸਜ਼ਾ ਹੁੰਦੀ ਹੈ ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਮਨ ਦੇ ਵਿੱਚ ਸਵਾਲ ਤਾਂ ਜ਼ਰੂਰ ਖੜੇ ਹੁੰਦੇ ਨੇ, ਕਿਉਂਕਿ 34 ਸਾਲ ਪੁਰਾਣਾ ਕੇਸ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਨੂੰ ਪਹਿਲਾਂ ਅਦਾਲਤਾਂ ਵੱਲੋਂ ਬਰੀ ਜ਼ਰੂਰ ਕਰ ਦਿੱਤਾ ਗਿਆ ਸੀ, ਉਹਨਾਂ ਨੂੰ ਇੱਕ ਪਾਸੜ ਫੈਸਲਾ ਸੁਣਾ ਦਿੱਤਾ ਗਿਆ ਸੀ, ਪਰੰਤੂ ਜਿਸ ਤਰ੍ਹਾਂ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਰਿਵਿਊ ਪਟੀਸ਼ਨ ਜਾਰੀ ਕੀਤੀ ਹੈ, ਰਿਵਿਊ ਪਟੀਸ਼ਨ ਦੇ ਵਿੱਚ ਦੁਬਾਰਾ ਕੋਰਟ ਦੇ ਵੱਲੋਂ 1 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ। ਉਹ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਦੇ ਲਈ ਵੱਡਾ ਝਟਕਾ ਹੈ, ਕਿਉਂਕਿ ਵੱਡਾ ਝਟਕਾ ਇਹ ਵੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਜਦੋਂ ਤੱਕ ਜੇਲ੍ਹ ਦੇ ਵਿੱਚ ਰਹਿਣਗੇ ਉਦੋਂ ਤੱਕ ਕਾਫੀ ਲੰਬਾ ਅਰਸਾ ਹੋ ਜਾਵੇਗਾ ਸਿਆਸਤ ਤੋਂ ਦੂਰ ਹੋਣ ਦਾ, ਕਿਉਂਕਿ ਸਿਆਸਤ ਦਾ ਜੋ ਪੈਂਤੜਾ ਹੈ ਉਹ ਨਿਤ ਨਵੇਂ ਦਿਨ ਬਦਲਦਾ ਹੈ। ਤੇ ਨਵਜੋਤ ਸਿੰਘ ਸਿੱਧੂ ਜਦੋਂ ਤੱਕ ਜੇਲ੍ਹ ਦੇ ਵਿੱਚ ਰਹਿਣਗੇ ਉਦੋਂ ਤੱਕ ਕਿਸੇ ਵੀ ਤਰ੍ਹਾਂ ਦੀ ਸਿਆਸੀ ਐਕਟੀਵਿਟੀ ਨਹੀਂ ਕਰ ਸਕਦੇ। ਹਾਲਾਂਕਿ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਸ਼ੁਰੂ ਤੋਂ ਹੀ ਪੋਲਿਟਿਕਸ ਦੇ ਵਿੱਚ ਐਕਟਿਵ ਰਹੇ ਨੇ, ਹਾਲਾਂਕਿ ਉਹ ਉਹਨਾਂ ਦਾ ਕੰਮ ਜ਼ਰੂਰ ਸਾਂਭ ਸਕਦੇ ਨੇ, ਪਰੰਤੂ ਜਿਸ ਤਰ੍ਹਾਂ ਦੇ ਤੌਰ ਤੇ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਤੋਂ ਆਪਣੀ ਚੋਣ ਹਾਰਦੇ ਨੇ, ਚੋਣ ਹਾਰਨ ਤੋਂ ਬਾਅਦ ਜੀਵਨਜੋਤ ਕੌਰ ਉੱਥੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਜਿੱਤੇ ਨੇ, ਉਸ ਤੋਂ ਬਾਅਦ ਕਾਫੀ ਹੱਦ ਤੱਕ ਨਵਜੋਤ ਸਿੰਘ ਸਿੱਧੂ ਦਾ ਗ੍ਰਾਫ ਅੰਮ੍ਰਿਤਸਰ ਤੋਂ ਵੀ ਡਾਊਨ ਹੋ ਚੁੱਕਾ ਹੈ। ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਭਵਿੱਖ ਕੀ ਰਹਿੰਦਾ ਇਹ ਤਾਂ ਬਿਲਕੁਲ ਆਉਣ ਵਾਲਾ ਸਮਾਂ ਹੀ ਦੱਸੇਗਾ, ਕਿਉਂਕਿ ਗਰਭ ਦੇ ਸਮੇਂ ਦੇ ਵਿੱਚ ਹੀ ਸਾਰਾ ਕੁਝ ਤੈਅ ਹੈ ਕਿ ਅਸਲੀ ਨਿਸ਼ਾਨਾ, ਅਸਲੀ ਕਦਾਵਰ ਨੇਤਾ, ਅਸਲੀ ਸਿਆਸੀ ਰਣਨੀਤੀ ਕੀ ਹੈ। ਹਾਲਾਂਕਿ ਡਾਕਟਰ ਧਰਮਵੀਰ ਗਾਂਧੀ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਨਵਜੋਤ ਸਿੰਘ ਸਿੱਧੂ ਜੇਲ੍ਹ ਦੇ ਵਿੱਚ ਵੀ ਰਹਿ ਕੇ ਕਾਫੀ ਸਿਆਸੀ ਅੰਕੜਿਆਂ ਨੂੰ ਪਾਰ ਕਰਨਗੇ, ਪਰੰਤੂ ਨਵਜੋਤ ਸਿੰਘ ਸਿੱਧੂ ਦਾ
ਜੇਕਰ ਕਾਂਗਰਸ ਦਾ ਗ੍ਰਾਫ ਚੈੱਕ ਕੀਤਾ ਜਾਵੇ ਤਾਂ ਕਾਂਗਰਸ ਦੇ ਵਿੱਚ ਵੱਡਾ 36 ਦਾ ਅੰਕੜਾ ਰਿਹਾ ਹੈ, ਭਾਵੇਂ ਉਹ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣ। ਅਮਰਿੰਦਰ ਸਿੰਘ ਰਾਜਾ ਵੜਿੰਗ ਜਦੋਂ ਪ੍ਰਧਾਨ ਬਣਦੇ ਨੇ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਕਿਤੇ ਨਾ ਕਿਤੇ ਦੂਰੀਆਂ ਦੇ ਵਿੱਚ ਰਹਿੰਦੇ ਨੇ। ਸੁਖਜਿੰਦਰ ਸਿੰਘ ਰੰਧਾਵਾ ਨੂੰ ਲੈ ਕੇ ਵੱਡੀ ਬਿਆਨਬਾਜ਼ੀ ਹੋਈ। ਰਾਣਾ ਗੁਰਜੀਤ ਵੱਲੋਂ ਤਾਂ ਸਿੱਧੇ ਤੌਰ ਤੇ ਗੱਲ ਕਹਿ ਦਿੱਤੀ ਗਈ ਕਿ ਜੋ ਕਰੇਗਾ ਸੋ ਭਰੇਗਾ। ਤੇ ਹੁਣ ਦੇਖਣਾ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਦਾ ਅਗਲਾ ਸਿਆਸੀ ਜੀਵਨ ਕੀ ਰਹਿੰਦਾ, ਸਿਆਸੀ ਕਰੀਅਰ ਕੀ ਰਹਿੰਦਾ ਹੈ। ਆਉਣ ਵਾਲੇ ਗਰਭ ਦੇ ਸਮੇਂ ਦੇ ਵਿੱਚ ਸਭ ਕੁਝ ਸੰਭਾਲਿਆ ਹੋਇਆ ਹੈ, ਆਉਣ ਵਾਲਾ ਸਮਾਂ ਹੀ ਤੈਅ ਕਰੇਗਾ। ਤਦ ਤੱਕ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਵੇਖਦੇ ਰਹੋ ਪੰਜਾਬ ਟੁਡੇ।